ਹਾਲੇਲੂਇਆ। ਉਸੇ ਪਰਮੇਸ਼ਰ ਦੇ ਪਵਿੱਤਰ ਵਚਨ ਦੇ ਵਿੱਚੋਂ ਸੰਤ ਲੂਕਾ ਦੀ ਅੰਜੀਲ ਉਹਦਾ 19ਵਾਂ ਅਧਿਆਇ ਉਹਦਾ 10ਵਾਂ ਵਚਨ ਪੜਾਂਗੇ। ਮਾਈਕ ਦੇ ਵਿੱਚ ਪੜਨਾ ਹੈ ਲੂਕਾ ਦੀ ਅੰਜੀਲ 19ਵਾਂ ਅਧਿਆਇ ਉਹਦਾ 10ਵਾਂ ਵਚਨ। ਜਿਸ ਨੂੰ ਮਿਲਿਆ ਹੈ ਜਲਦੀ ਦੇ ਨਾਲ ਪੜ੍ਹੀਏ ਔਰ ਸਭ ਨੇ ਧਿਆਨ ਦੇ ਨਾਲ ਪਰਮੇਸ਼ਰ ਦੇ ਵਚਨ ਨੂੰ ਸੁਣਨਾ ਹੈ, ਕਿਉਂਕਿ ਪਰਮੇਸ਼ਰ ਆਪਣੇ ਵਚਨ ਦੇ ਦੁਆਰਾ ਸਾਡੇ ਨਾਲ ਗੱਲ ਕਰਦਾ ਹੈ, ਸਾਡੇ ਨਾਲ ਬੋਲਦਾ ਹੈ। तो ਜਿਹੜੇ ਲੋਕ ਪਰਮੇਸ਼ਰ ਦੇ ਵਚਨ ਨੂੰ ਬੜੀ ਸ਼ਰਧਾ, ਬੜੇ ਵਿਸ਼ਵਾਸ ਅਤੇ ਪਿਆਰ ਦੇ ਨਾਲ ਸੁਣਦੇ ਅਤੇ ਉਹਨੂੰ ਰਿਸੀਵ ਕਰਦੇ ਨੇ, ਉਹ ਉਹਨਾਂ ਦੇ ਜੀਵਨ ਨੂੰ ਬਦਲ ਦਿੰਦਾ ਹੈ। ਆਮੀਨ। ਉਹਨਾਂ ਦੀਆਂ ਜ਼ਿੰਦਗੀਆਂ ਨੂੰ ਉਹ ਸੇਮ ਨਹੀਂ ਰਹਿਣ ਦਿੰਦਾ, ਬਲਕਿ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਬਦਲ ਦਿੰਦਾ ਹੈ। और ਅਸੀਂ ਪੜਾਂਗੇ संत लूका 19 बाब का 10वां वचन। क्योंकि मनुष्य का पुत्र खोए हुओं को ढूंढने और उनका उद्धार करने आया है। क्योंकि मनुख दा पुत्र गवाचिया होया ਨੂੰ ਲੱਭਣ ਅਤੇ ਉਹਨਾਂ ਨੂੰ ਮੁਕਤੀ ਦੇਣ ਦੇ ਲਈ, ਉਹਨਾਂ ਨੂੰ ਮੁਕਤ ਕਰਨ ਦੇ ਲਈ ਆਇਆ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਦੇ ਇਸ ਸੰਸਾਰ ਵਿੱਚ, ਇਸ ਦੁਨੀਆ ਵਿੱਚ ਆਉਣ ਦਾ ਮਕਸਦ ਇਹ ਪਰਮੇਸ਼ਰ ਦਾ ਸੇਵਕ ਸੰਤ ਲੂਕਾ ਦੱਸ ਰਿਹਾ ਹੈ ਕਿ ਉਹ ਕਿਉਂ ਇਸ ਸੰਸਾਰ ਵਿੱਚ ਆਇਆ, ਉਹਦੇ ਆਉਣ ਦਾ ਮਕਸਦ ਕੀ ਸੀ ਇਸ ਦੁਨੀਆ ਦੇ ਅੰਦਰ। ਮੇਰੇ ਭੈਣ ਭਾਈਓ, ਉਹਦਾ ਮਕਸਦ ਸੀ ਕਿ ਜਿਹੜੇ ਲੋਕ ਇਸ ਸੰਸਾਰ ਦੇ ਵਿੱਚ ਖੋ ਚੁੱਕੇ ਨੇ, ਉਹਨਾਂ ਨੂੰ ਲੱਭਣਾ ਅਤੇ ਉਹਨਾਂ ਨੂੰ ਮੁਕਤ ਕਰਨਾ, ਉਹਨਾਂ ਨੂੰ ਆਜ਼ਾਦ ਕਰਨਾ। ਹਾਲੇਲੂਇਆ, 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 ਹਾਲੇਲੂਇਆ। ਕਿਉਂਕਿ ਪਰਮੇਸ਼ਰ ਦੀ ਬਾਣੀ ਦੇ ਵਿੱਚ ਲਿਖਿਆ ਹੈ, ਯਸ਼ਾਇਆ ਨਬੀ ਦੀ ਕਿਤਾਬ 53 ਬਾਬ ਉਹਦਾ 6ਵਾਂ ਵਚਨ ਪੜਾਂਗੇ ਕਿ ਪਰਮੇਸ਼ਰ ਦਾ ਸੇਵਕ, ਪਰਮੇਸ਼ਰ ਦਾ ਦਾਸ ਨਬੀ ਯਸ਼ਾਇਆ ਇਸ ਜਗ੍ਹਾ ਦੇ ਉੱਤੇ ਸਾਡੇ ਗਵਾਚਣ ਦੇ ਬਾਰੇ, ਸਾਡੇ ਖੋ ਜਾਣ ਦੇ ਬਾਰੇ ਗੱਲ ਕਰਦਾ ਹੈ। ਜਿਵੇਂ ਸੰਤ ਲੂਕਾ ਬਿਆਨ ਕਰਦਾ ਹੈ ਕਿ ਪ੍ਰਭੂ ਯਿਸੂ ਮਸੀਹ ਇਸ ਸੰਸਾਰ ਦੇ ਵਿੱਚ ਜਿਹੜੇ ਖੋ ਚੁੱਕੇ ਨੇ, ਗਵਾਚ ਚੁੱਕੇ ਲੋਕ ਨੇ, ਉਹਨਾਂ ਨੂੰ ਲੱਭਣ ਦੇ ਲਈ ਅਤੇ ਉਹਨਾਂ ਨੂੰ ਆਜ਼ਾਦ ਕਰਨ ਦੇ ਲਈ, ਮੁਕਤ ਕਰਨ ਦੇ ਲਈ ਆਇਆ ਹੈ। और परमेश्वर ਦਾ ਦਾਸ ਯਸ਼ਾਇਆ ਨਬੀ 53 ਬਾਬ ਦੇ 6ਵੇਂ ਵਚਨ ਦੇ ਵਿੱਚ ਕੀ ਕਹਿ ਰਿਹਾ ਹੈ, ਧਿਆਨ ਦੇ ਨਾਲ ਪੜ੍ਹਨਾ। ਹਾਲੇਲੂਇਆ, 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 ਹਾਲੇਲੂਇਆ। ਯਸ਼ਾਇਆ 53 ਬਾਬ ਦਾ 6ਵਾਂ ਵਚਨ। ਅਸੀਂ ਸਾਰੇ ਭੇਡਾਂ ਵਾਂਗੂ ਭੁੱਲੇ ਫਿਰਦੇ ਸਾਂ, ਅਸੀਂ ਆਪਣੇ ਆਪਣੇ ਰਾਹਾਂ ਨੂੰ ਮੁੜੇ ਅਤੇ ਯਹੋਵਾ ਨੇ ਸਾਡੀ ਸਾਰਿਆਂ ਦੀ ਬਦੀ ਉਸ ਉੱਤੇ ਲੱਗੀ। ਆਮੀਨ, ਆਮੀਨ, ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਦੇ ਵਚਨ ਚ ਲਿਖਿਆ ਕਿ ਅਸੀਂ ਸਾਰੇ ਦੇ ਸਾਰੇ ਭੇਡਾਂ ਵਾਂਗੂ ਗਵਾਚ ਗਏ ਸਾਂ। ਸਾਰੇ ਦੇ ਸਾਰੇ ਕੀ ਹੋ ਗਏ ਸੀ? ਭੇਡਾਂ ਵਾਂਗੂ ਗਵਾਚ ਗਏ ਸਾਂ। ਔਰ ਪਰਮੇਸ਼ਰ ਸਾਨੂੰ ਲੱਭਣ ਦੇ ਲਈ ਆਇਆ, ਉਹਨੇ ਸਾਡੀ ਸੁਧ ਲਈ, ਉਹਨੇ ਸਾਡੀ ਖਬਰ ਲਈ, ਸਾਡੀ ਸਾਰ ਲਈ। ਇਹ ਸੱਚ ਹੈ ਕਿ ਜਦੋਂ ਇਨਸਾਨ ਇਸ ਧਰਤੀ ਉੱਤੇ ਆ ਜਾਂਦਾ ਹੈ, ਜਨਮ ਉਹਦਾ ਹੁੰਦਾ ਹੈ ਔਰ ਜਨਮ ਤੋਂ ਬਾਅਦ ਥੋੜਾ ਵੱਡਾ ਹੁੰਦਾ ਹੈ, ਤਾਂ ਵਧਣ ਦੇ ਨਾਲ ਉਹ ਜਦੋਂ ਇਸ ਸੰਸਾਰ ਦੀਆਂ ਚੀਜ਼ਾਂ ਨੂੰ ਦੇਖਦਾ ਹੈ ਤਾਂ ਇਸ ਸੰਸਾਰ ਦੀਆਂ ਚੀਜ਼ਾਂ ਨੂੰ ਉਹਨੂੰ ਆਕਰਸ਼ਿਤ ਕਰਦੀਆਂ ਨੇ ਆਪਣੇ ਵੱਲ ਅਤੇ ਉਹ ਉਹਨਾਂ ਚੀਜ਼ਾਂ ਦੇ ਵੱਲ ਖੋ ਜਾਂਦਾ ਹੈ। ਫਿਰ ਹੌਲੀ ਹੌਲੀ ਉਹ ਵੱਡਾ ਹੁੰਦਾ ਹੈ, ਵੱਡਾ ਹੁੰਦਾ, ਜਦੋਂ ਜਵਾਨ ਹੋ ਜਾਂਦਾ ਹੈ, ਫਿਰ ਉਹ ਪੂਰੀ ਤਰ੍ਹਾਂ ਨਾਲ ਇਸ ਸੰਸਾਰ ਦੇ ਵਿੱਚ ਖੋ ਜਾਂਦਾ ਹੈ। ਉਹਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਸੰਸਾਰ ਹੀ ਸਾਰਾ ਕੁਝ ਹੈ ਮੇਰੇ ਲਈ। ਹੁਣ ਸ਼ਾਇਦ ਮੈਂ ਇਸ ਸੰਸਾਰ ਦੇ ਵਿੱਚ ਆ ਗਿਆ ਔਰ ਕਦੀ ਮੈਂ ਇਸ ਸੰਸਾਰ ਨੂੰ ਛੱਡ ਕੇ ਨਹੀਂ ਜਾਣਾ। ਉਹ ਭੁੱਲ ਜਾਂਦਾ ਹੈ ਕਿ ਜਿਸ ਪਰਮੇਸ਼ਰ ਨੇ ਮੈਨੂੰ ਇਸ ਦੁਨੀਆ ਵਿੱਚ ਭੇਜਿਆ ਹੈ, ਇੱਕ ਦਿਨ ਮੈਨੂੰ ਉਸ ਪਰਮੇਸ਼ਰ ਦੇ ਕੋਲ ਵਾਪਸ ਜਾਣਾ ਪੈਣਾ। ਹਾਲੇਲੂਇਆ। ਕਿਉਂਕਿ ਇਹ ਮੇਰਾ ਧਰਤੀ ਉਤਲਾ ਜਨਮ ਜ਼ਿਆਦਾ ਲੰਬਾ ਸਮੇਂ ਦਾ ਨਹੀਂ ਹੈ, ਇਹ ਥੋੜੇ ਹੀ ਸਮੇਂ ਦਾ ਹੈ। ਔਰ ਫਿਰ ਮੈਨੂੰ ਇਸ ਸੰਸਾਰ ਨੂੰ ਛੱਡ ਕੇ ਆਪਣੇ ਪਿਤਾ ਪਰਮੇਸ਼ਰ ਦੇ ਕੋਲ, ਜਿਨੇ ਮੈਨੂੰ ਇਸ ਦੁਨੀਆ ਵਿੱਚ ਭੇਜਿਆ ਹੈ, ਮੈਨੂੰ ਫਿਰ ਉਹਦੇ ਕੋਲ ਵਾਪਸ ਜਾਣਾ ਹੈ। ਕਿਉਂਕਿ ਜ਼ਬੂਰਾਂ ਦੀ ਕਿਤਾਬ 90 ਨੰਬਰ ਜ਼ਬੂਰ ਦੇ ਅੰਦਰ ਲਿਖਿਆ ਹੈ ਕਿ ਸਾਡਾ ਜੀਵਨ ਥੋੜੇ ਹੀ ਸਮੇਂ ਦਾ ਹੈ, ਇਹ ਜ਼ਿਆਦਾ ਲੰਬਾ ਨਹੀਂ ਹੈ। ਜ਼ਿਆਦਾ ਤੋਂ ਜ਼ਿਆਦਾ 70 ਸਾਲ, 80 ਸਾਲ ਜਾਂ ਵੱਧ ਤੋਂ ਵੱਧ 90 ਸਾਲ ਦਾ ਹੋਏਗਾ, ਪਰ ਇਸ ਤੋਂ ਜ਼ਿਆਦਾ ਨਹੀਂ। ਪਰ ਜਦੋਂ ਅਸੀਂ ਇਸ ਸੰਸਾਰ ਵਿੱਚ ਆਉਂਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਸੋਚਦੇ ਹਾਂ, ਮਹਿਸੂਸ ਕਰਦੇ ਹਾਂ ਕਿ ਸ਼ਾਇਦ ਅਸੀਂ ਹੁਣ ਪੱਕੇ ਇਸ ਸੰਸਾਰ ਵਿੱਚ ਆ ਗਏ, ਇਸ ਦੁਨੀਆ ਵਿੱਚ ਆ ਗਏ ਅਤੇ ਦੁਨੀਆ ਦੀ ਰੰਗਤ, ਇਹ ਦੁਨੀਆ ਦੀ ਮੋਹ ਮਾਇਆ ਸਾਨੂੰ
ਦੇ ਵਿੱਚ ਖੋਏ ਹੋਏ ਹਾਂ। ਸੰਸਾਰ ਦੀ ਬੁਰਾਈ ਦੇ ਵਿੱਚ, ਸੰਸਾਰ ਦੇ ਪਾਪਾਂ ਦੇ ਵਿੱਚ, ਸੰਸਾਰ ਦੇ ਨਸ਼ਿਆਂ ਦੇ ਵਿੱਚ, ਸੰਸਾਰ ਮੋਹ ਮਾਇਆ ਦੇ ਵਿੱਚ, ਸੰਸਾਰ ਧਨ ਦੌਲਤ ਦੇ ਵਿੱਚ ਅਸੀਂ ਸਾਰੇ ਖੋਏ ਹੋਏ ਹਾਂ। ਔਰ ਪ੍ਰਭੂ ਯਿਸੂ ਮਸੀਹ ਸਾਨੂੰ ਲੱਭਣ ਦੇ ਲਈ ਇਸ ਸੰਸਾਰ ਦੇ ਵਿੱਚ ਆਇਆ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਔਰ ਜਿਹੜਾ ਸੰਸਾਰ ਦੇ ਵਿੱਚ ਖੋ ਜਾਂਦਾ ਹੈ, ਜਿਹੜਾ ਸੰਸਾਰ ਦੇ ਵਿੱਚ ਚਲਾ ਜਾਂਦਾ ਹੈ, ਪਾਪ ਦੇ ਵਿੱਚ ਚਲਾ ਜਾਂਦਾ ਹੈ, ਬੁਰਾਈ ਦੇ ਵਿੱਚ ਚਲਾ ਜਾਂਦਾ ਹੈ, ਨਸ਼ਿਆਂ ਦੇ ਵਿੱਚ ਚਲਾ ਜਾਂਦਾ ਹੈ, ਉਹ ਸੰਸਾਰ ਦੇ ਵਿੱਚ ਖੋ ਜਾਣ ਦਾ ਮਤਲਬ ਉਹਦੀ ਸੰਸਾਰ ਦੇ ਵਿੱਚ, ਪਾਪ ਦੇ ਵਿੱਚ ਮੌਤ ਹੋ ਜਾਂਦੀ ਹੈ, ਉਹ ਮਰ ਜਾਂਦਾ ਹੈ। ਹਾਲੇਲੂਇਆ। ਕਿਉਂਕਿ ਪਰਮੇਸ਼ਰ ਦੀ ਬਾਣੀ ਸਾਨੂੰ ਦੱਸਦੀ ਹੈ, ਲੂਕਾ ਦੀ ਅੰਜੀਲ 15 ਬਾਬ ਉਹਦਾ 24 ਵਚਨ, ਉਹਦੇ ਚ ਲਿਖਿਆ ਹੈ, ਜਦੋਂ ਇੱਕ ਅਜਾੜੂ ਪੁੱਤਰ ਆਪਣੇ ਪਿਤਾ ਦੇ ਘਰੋਂ ਆਪਣੀ ਸਾਰੀ ਜਾਇਦਾਦ ਲੈ ਕੇ ਚਲਾ ਜਾਂਦਾ ਹੈ ਅਤੇ ਉਸ ਨੂੰ ਨਸ਼ਿਆਂ ਦੇ ਵਿੱਚ ਔਰ ਉਸ ਨੂੰ ਅਯਾਸ਼ੀ ਦੇ ਵਿੱਚ ਸਾਰੀ ਧਨ ਦੌਲਤ ਨੂੰ ਫਰਾਸ਼ ਕਰ ਦਿੰਦਾ, ਖਤਮ ਕਰ ਦਿੰਦਾ ਹੈ। ਉਹਦਾ ਜੀਵਨ ਜਦੋਂ ਸੰਸਾਰ ਵਿੱਚ ਖੋ ਜਾਂਦਾ ਹੈ ਪੂਰੀ ਤਰ੍ਹਾਂ, ਤਾਂ ਉਹਦਾ ਪਿਤਾ ਇਹ ਸ਼ਬਦ ਬੋਲਦਾ ਹੈ, ਜਦੋਂ ਉਹ ਬੇਟਾ ਫਿਰ ਪਛਤਾਵਾ ਕਰਕੇ ਵਾਪਸ ਆਉਂਦਾ ਹੈ ਤੇ ਉਹ ਕਹਿੰਦਾ ਹੈ, ਮੇਰਾ ਪੁੱਤਰ ਗਵਾਚ ਗਿਆ ਸੀ ਪਰ ਹੁਣ ਮੈਨੂੰ ਲੱਭ ਗਿਆ ਹੈ, ਇਹ ਮਰ ਗਿਆ ਸੀ ਪਰ ਇਹ ਜ਼ਿੰਦਾ ਹੋ ਗਿਆ ਹੈ। ਹਾਲੇਲੂਇਆ। ਸੰਸਾਰ ਵਿੱਚ ਖੋ ਜਾਣਾ, ਸੰਸਾਰ ਵਿੱਚ ਗਵਾਚ ਜਾਣਾ ਮਤਲਬ ਸਾਡੀ ਆਤਮਾ ਦੀ ਮ੍ਰਿਤਿੂ ਹੋ ਜਾਣਾ, ਆਤਮਿਕ ਤੌਰ ਤੇ ਮਰ ਜਾਣਾ। ਅਸੀਂ ਆਤਮਿਕ ਤੌਰ ਤੇ ਮਰ ਜਾਂਦੇ ਹਾਂ। ਸੰਸਾਰਿਕ ਰੂਪ ਵਿੱਚ ਅਸੀਂ ਦੇਖਣ ਨੂੰ ਜੀਂਦੇ ਹੁੰਦੇ ਹਾਂ, ਅਸੀਂ ਵੇਖਦਾ ਕਿ ਅਸੀਂ ਜੀ ਰਹੇ ਹਾਂ ਪਰ ਅਸੀਂ ਅਸਲ ਵਿੱਚ ਮਰ ਚੁੱਕੇ ਹੁੰਦੇ ਹਾਂ। ਪਰ ਪ੍ਰਭੂ ਯਿਸੂ ਇਸ ਲਈ ਇਸ ਸੰਸਾਰ ਵਿੱਚ ਆਇਆ ਕਿ ਉਹ ਸਾਨੂੰ ਇਸ ਸੰਸਾਰ ਦੇ ਵਿੱਚੋਂ ਲੱਭ ਲੇ ਅਤੇ ਲੱਭ ਕੇ ਸਾਨੂੰ ਪਰਮੇਸ਼ਵਰ ਦੇ ਪੁੱਤਰ ਅਤੇ ਪੁੱਤਰੀਆਂ ਹੋਣ ਦਾ ਅਧਿਕਾਰ ਦੇ। ਆਮੀਨ। ਆਪਣੇ ਲਹੂ ਨਾਲ ਸਾਨੂੰ ਧੋ ਕੇ ਸ਼ੁੱਧ ਕਰੇ, ਸਾਨੂੰ ਪਵਿੱਤਰ ਕਰੇ ਅਤੇ ਸਾਨੂੰ ਨਵੀਂ ਸ੍ਰਿਸ਼ਟ ਬਣਾ ਦੇਵੇ। ਆਮੀਨ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਇਸ ਲਈ ਪ੍ਰਭੂ ਯਿਸੂ ਮਸੀਹ ਗਵਾਚਿਆ ਹੋਇਆਂ ਨੂੰ ਲੱਭਣ ਅਤੇ ਉਹਨਾਂ ਨੂੰ ਮੁਕਤ ਕਰਨ ਦੇ ਲਈ ਇਸ ਸੰਸਾਰ ਦੇ ਵਿੱਚ ਆਇਆ ਹੈ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਤੋ ਜਦੋਂ ਅਸੀਂ ਸੰਸਾਰ ਦੇ ਵਿੱਚ ਉਲਝ ਜਾਂਦੇ ਹਾਂ, ਸੰਸਾਰ ਦੇ ਵਿੱਚ ਅਸੀਂ ਖਤਮ ਹੋ ਜਾਂਦੇ ਹਾਂ, ਮਰ ਜਾਂਦੇ ਹਾਂ, ਅਸੀਂ ਆਤਮਿਕ ਤੌਰ ਤੇ ਸਾਡੀ ਮ੍ਰਿਤਿੂ ਹੋ ਜਾਂਦੀ ਹੈ, ਤਾਂ ਪ੍ਰਭੂ ਯਿਸੂ ਸਾਨੂੰ ਉਸ ਆਤਮਿਕ ਮ੍ਰਿਤਿੂ ਤੋਂ, ਸਾਡੇ ਪਾਪਾਂ ਤੋਂ ਸਾਨੂੰ ਮੁਕਤ ਕਰਕੇ, ਸਾਨੂੰ ਆਜ਼ਾਦ ਕਰਕੇ ਫਿਰ ਇੱਕ ਨਵਾਂ ਜੀਵਨ ਸਾਨੂੰ ਪ੍ਰਦਾਨ ਕਰ ਦਿੰਦਾ ਹੈ। ਆਮੀਨ। ਸਾਨੂੰ ਇੱਕ ਫਿਰ ਨਵੀਂ ਜ਼ਿੰਦਗੀ ਦੇ ਦਿੰਦਾ ਹੈ, ਫਿਰ ਸਾਨੂੰ ਇੱਕ ਨਵਾਂ ਜੀਵਨ ਦੇ ਦਿੰਦਾ ਹੈ ਅਤੇ ਉਸ ਨਵੇਂ ਜੀਵਨ ਨੂੰ ਅਸੀਂ ਇਸ ਸੰਸਾਰ ਦੇ ਵਿੱਚ ਜੀਣਾ ਹੈ। ਹਾਲੇਲੂਇਆ, ਹਾਲੇਲੂਇਆ। ਉਸ ਦੇ ਵਿੱਚ ਅਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਦੇਖਦੇ ਹਾਂ, ਸੰਤ ਯਹੋਨਾ ਦੀ ਅੰਜੀਲ ਉਹਦਾ 11ਵਾਂ ਅਧਿਆਇ, ਸੰਤ ਯਹੋਨਾ ਦੀ ਅੰਜੀਲ ਉਹਦਾ 11ਵਾਂ ਅਧਿਆਇ ਔਰ ਉਹਦਾ 4ਵਾਂ ਵਚਨ ਅਸੀਂ ਪੜਾਂਗੇ। ਉਹਦੇ ਵਿੱਚ ਲਿਖਿਆ ਕਿ ਇੱਕ ਪ੍ਰਭੂ ਯਿਸੂ ਮਸੀਹ ਦਾ ਮਿੱਤਰ ਸੀ ਜਿਹਦਾ ਨਾਮ ਲਾਜ਼ਰ ਸੀ ਔਰ ਉਹ ਇੱਕ ਸਮੇਂ ਬਿਮਾਰ ਹੋ ਜਾਂਦਾ ਹੈ। ਉਹਦੀਆਂ ਭੈਣਾਂ ਪ੍ਰਭੂ ਯਿਸੂ ਮਸੀਹ ਨੂੰ ਸੁਨੇਹਾ ਦਿੰਦੀਆਂ ਨੇ ਕਿ ਤੁਹਾਡਾ ਮਿੱਤਰ ਬਿਮਾਰ ਹੋ ਗਿਆ ਹੈ। ਹਾਂਜੀ, ਅੱਗੇ ਪੜਾਂਗੇ ਇਸ ਨੂੰ 4ਵਾਂ ਅਧਿਆਇ 11ਵਾਂ ਬਾਬ ਦਾ 4ਵਾਂ ਵਚਨ। ये सुनकर यीशु ने कहा, ਜਦੋਂ ਯਿਸੂ ਮਸੀਹ ਨੂੰ ਇਹ ਖਬਰ ਮਿਲੀ ਕਿ ਜਿਹੜਾ ਲਾਜ਼ਰ ਹੈ ਉਹ ਬਿਮਾਰ ਹੈ, ਤਾਂ ਯਿਸੂ ਮਸੀਹ ਨੇ ਕੀ ਬੋਲਿਆ? ये बीमारी मृत्यु की नहीं, ਇਹ ਬਿਮਾਰੀ ਇਹ ਮਾਰਨ ਦੇ ਲਈ ਨਹੀਂ ਆਈ, ਮੌਤ ਦੇ ਲਈ ਨਹੀਂ ਆਈ, परंतु परमेश्वर की महिमा के लिए है। ਇਹ ਬਿਮਾਰੀ ਪਰਮੇਸ਼ਵਰ ਦੀ ਮਹਿਮਾ ਦੇ ਲਈ ਆਈ ਹੈ। ਹਾਲੇਲੂਇਆ, हालेलुया, ਹਾਲੇਲੂਇਆ, हालेलुया, ਹਾਲੇਲੂਇਆ, हालेलुया, ਹਾਲੇਲੂਇਆ। हालेलुया। ਇਹ ਬਿਮਾਰੀ ਮੌਤ ਵਾਸਤੇ ਨਹੀਂ ਆਈ, ਇਸ ਬਿਮਾਰੀ ਦਾ ਅੰਤ ਮੌਤ ਨਹੀਂ ਹੈ, ਬਲਕਿ ਇਸ ਬਿਮਾਰੀ ਦੇ ਦੁਆਰਾ ਪਰਮੇਸ਼ਵਰ ਆਪਣੀ ਮਹਿਮਾ ਪ੍ਰਗਟ ਕਰੇਗਾ। ਆਮੀਨ, ਆਮੀਨ। ਮੇਰੇ ਪਿਆਰੇ ਭੈਣ ਭਾਈ, ਜਦੋਂ ਅਸੀਂ ਇਸ ਸੰਸਾਰ ਵਿੱਚ, ਇਸ ਦੁਨੀਆ ਵਿੱਚ ਗਵਾਚ ਜਾਂਦੇ ਹਾਂ, ਇਸ ਸੰਸਾਰ ਵਿੱਚ, ਇਸ ਦੁਨੀਆ ਵਿੱਚ ਖੋ ਜਾਂਦੇ ਹਾਂ, ਤੇ ਪਰਮੇਸ਼ਵਰ ਇੰਤਜ਼ਾਮ ਕਰਦਾ ਹੈ ਆਪਣੇ ਬੇਟੇ ਯਿਸੂ ਮਸੀਹ ਦੇ ਦੁਆਰਾ ਸਾਨੂੰ ਇਸ ਸੰਸਾਰ ਵਿੱਚੋਂ ਲੱਭ ਕੇ ਇੱਕ ਨਵਾਂ ਜੀਵਨ ਦੇਣ ਦੇ ਲਈ। ਤੇ ਜਦੋਂ ਉਹ ਨਵਾਂ ਜੀਵਨ ਸਾਡੇ ਜੀਵਨ ਦੇ ਵਿੱਚ ਆਉਂਦਾ ਹੈ, ਪਰਮੇਸ਼ਵਰ ਦਾ ਵਚਨ ਪਰਮੇਸ਼ਵਰ ਦੇ ਲੋਕਾਂ ਦੇ ਦੁਆਰਾ ਸਾਡੇ ਤੱਕ ਪਹੁੰਚਦਾ ਹੈ, ਪਰਮੇਸ਼ਵਰ ਆਪਣੀਆਂ ਪ੍ਰਤੀਕਿਆਵਾਂ, ਆਪਣੇ ਵਾਅਦੇ, ਆਪਣੇ ਨਬੀਆਂ ਦੇ ਦੁਆਰਾ, ਆਪਣੇ ਸੇਵਕਾਂ ਦੇ ਦੁਆਰਾ, ਆਪਣੇ ਦਾਸਾਂ ਦੇ ਦੁਆਰਾ ਸਾਡੇ ਤੱਕ ਲੈ ਕੇ ਆਉਂਦਾ ਹੈ। ਪਰ ਉਸ ਤੋਂ ਬਾਅਦ ਵੀ ਜੇਕਰ ਅਸੀਂ ਆਪਣੇ ਜੀਵਨ ਵੱਲ ਮੁੜਦੇ ਨਹੀਂ, ਆਪਣੇ ਪਾਪਾਂ ਤੋਂ ਤੋਬਾ ਨਹੀਂ ਕਰਦੇ, ਆਪਣਾ ਜੀਵਨ ਪਰਮੇਸ਼ਵਰ ਨੂੰ ਨਹੀਂ ਦਿੰਦੇ, ਤਾਂ ਫਿਰ ਕੋਈ ਜੂ ਟਰਨ ਸਾਡੀ ਜ਼ਿੰਦਗੀ ਵਿੱਚ ਆਉਂਦਾ ਹੈ, ਕੋਈ ਇਸ ਤਰ੍ਹਾਂ ਦਾ ਸਮਾਂ ਸਾਡੇ ਜੀਵਨ ਚ ਆਉਂਦਾ ਹੈ ਕਿ ਕੋਈ ਨਾ ਕੋਈ ਦੁੱਖ, ਕੋਈ ਪਰੇਸ਼ਾਨੀ, ਕੋਈ ਮੁਸ਼ਕਲ ਸਾਡੀ ਜ਼ਿੰਦਗੀ ਵਿੱਚ ਆ ਜਾਂਦੀ ਹੈ। ਇਸ ਤਰ੍ਹਾਂ ਹੀ ਲਾਜ਼ਰ ਦੇ ਜੀਵਨ ਚ ਹੋਇਆ। ਉਹਦੀ ਜ਼ਿੰਦਗੀ ਵਿੱਚ ਇੱਕ ਬਿਮਾਰੀ ਨੇ ਆ ਕੇ ਉਹਨੂੰ ਘੇਰ ਲਿਆ
ਔਰ ਉਹ ਪ੍ਰਭੂ ਯਿਸੂ ਮਸੀਹ ਨੂੰ ਪਿਆਰ ਕਰਨ ਵਾਲਾ ਸੀ ਔਰ ਪ੍ਰਭੂ ਯਿਸੂ ਦਾ ਮਿੱਤਰ ਸੀ। ਪ੍ਰਭੂ ਯਿਸੂ ਉਹਨਾਂ ਦੇ ਘਰ ਦੇ ਵਿੱਚ ਆਉਂਦੇ ਜਾਂਦੇ ਸਨ। ਉਹਦੀਆਂ ਭੈਣਾਂ ਨੇ ਇਹ ਕਹਿ ਕੇ ਸੁਨੇਹਾ ਭੇਜਿਆ ਕਿ ਤੁਹਾਡਾ ਮਿੱਤਰ ਬਿਮਾਰ ਹੈ, ਉਸ ਨੂੰ ਆ ਕੇ ਚੰਗਾ ਕਰ ਦਿਓ। तो ਜਦੋਂ ਯਿਸੂ ਮਸੀਹ ਨੇ ਸੁਣਿਆ, ਉਹਨੇ ਆਪਣੇ ਚੇਲਿਆਂ ਨੂੰ ਔਰ ਜਿਹੜੇ ਸੁਨੇਹਾ ਦੇਣ ਵਾਲੇ ਲੋਕ ਸੀ ਉਹਨਾਂ ਨੂੰ ਕਿਹਾ ਕਿ ਇਹ ਬਿਮਾਰੀ ਜੋ ਉਹਦੇ ਜੀਵਨ ਵਿੱਚ ਆਈ ਹੈ, ਇਹ ਮਾਰਨ ਦੇ ਲਈ ਨਹੀਂ ਆਈ, ਬਲਕਿ ਪਰਮੇਸ਼ਰ ਦੀ ਮਹਿਮਾ ਪ੍ਰਗਟ ਕਰਨ ਦੇ ਲਈ ਆਈ। ਹਾਲੇਲੂਇਆ, 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 ਹਾਲੇਲੂਇਆ। ਮੇਰੇ ਭੈਣ ਭਾਈਓ, ਸਾਡੇ ਜੀਵਨ 'ਚ ਵੀ ਕਈ ਵਾਰੀ ਬੜੇ ਦੁੱਖ ਦਾ ਸਮੇਂ ਆ ਜਾਂਦਾ ਹੈ, ਮੁਸ਼ਕਲ ਦਾ ਸਮੇਂ ਆ ਜਾਂਦਾ ਹੈ, ਪਰੇਸ਼ਾਨੀਆਂ ਦਾ ਸਮੇਂ ਆ ਜਾਂਦਾ ਹੈ ਔਰ ਕੋਈ ਸ਼ੈਤਾਨੀ ਤਾਕਤਾਂ, ਅੰਧਕਾਰ ਦੀਆਂ ਸ਼ਕਤੀਆਂ ਸਾਡੇ ਜੀਵਨ ਦੇ ਵਿੱਚ ਆ ਕੇ ਸਾਨੂੰ ਪਰੇਸ਼ਾਨ ਕਰਦੀਆਂ ਨੇ। ਕੋਈ ਬਿਮਾਰੀ ਦੇ ਰੂਪ ਵਿੱਚ ਜਾਂ ਪਰੇਸ਼ਾਨੀ ਦੇ ਰੂਪ ਵਿੱਚ, ਗਰੀਬੀ ਦੇ ਰੂਪ ਵਿੱਚ, ਕਰਜ਼ੇ ਦੇ ਰੂਪ ਵਿੱਚ ਜਾਂ ਅਸਫਲਤਾ ਦੇ ਰੂਪ ਵਿੱਚ ਬਾਰ-ਬਾਰ ਸਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਤਾਂ ਚਿੰਤਾ ਨਾ ਕਰੋ, ਪਰਮੇਸ਼ਰ ਦੇ ਇਸ ਵਚਨ ਨੂੰ ਧਿਆਨ ਦੇ ਨਾਲ ਸੁਣੋ। ਅੱਜ ਪਰਮੇਸ਼ਰ ਦਾ ਵਚਨ ਤੁਹਾਨੂੰ ਵੀ ਕਹਿ ਰਿਹਾ ਹੈ, ਮੇਰੇ ਬੇਟੇ, ਮੇਰੀ ਬੇਟੀ, ਤੁਹਾਡੇ ਜੀਵਨ 'ਚ ਅਗਰ ਸਮੱਸਿਆ ਹੈ, ਤੁਹਾਡੇ ਜੀਵਨ 'ਚ ਅਗਰ ਬਿਮਾਰੀ ਹੈ, ਤੁਹਾਡੇ ਜੀਵਨ 'ਚ ਅਗਰ ਦੁੱਖ ਹੈ, ਕੋਈ ਤਕਲੀਫ ਹੈ, ਤਾਂ ਚਿੰਤਾ ਨਾ ਕਰੋ। ਇਹ ਪਰਮੇਸ਼ਰ ਦੀ ਮਹਿਮਾ ਦੇ ਵਾਸਤੇ ਇਹ ਤੁਹਾਨੂੰ ਨਾਸ਼ ਨਹੀਂ ਕਰ ਸਕਦੀ, ਤੁਹਾਨੂੰ ਬਰਬਾਦ ਨਹੀਂ ਕਰ ਸਕਦੀ, ਬਲਕਿ ਇਹਦੇ ਦੁਆਰਾ ਪਰਮੇਸ਼ਰ ਆਪਣੀ ਮਹਿਮਾ ਤੁਹਾਡੇ ਜੀਵਨ 'ਚ ਪ੍ਰਗਟ ਕਰੇਗਾ। ਆਮੀਨ, ਹਾਲੇਲੂਇਆ, 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 ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਔਰ ਉਹਨਾਂ ਨੂੰ ਪਤਾ ਸੀ ਕਿ ਇਹਦੇ ਦੁਆਰਾ ਪਰਮੇਸ਼ਰ ਆਪਣੀ ਮਹਿਮਾ ਨੂੰ ਪ੍ਰਗਟ ਕਰੇਗਾ ਔਰ ਲਾਜ਼ਰ ਦੇ ਜੀਵਨ ਦੇ ਵਿੱਚ ਬਹੁਤ ਵੱਡਾ ਪਰਿਵਰਤਨ ਆਏਗਾ, ਬਹੁਤ ਵੱਡੀ ਤਬਦੀਲੀ ਆਏਗੀ ਔਰ ਉਹ ਪਰਮੇਸ਼ਰ ਦੇ ਕੰਮਾਂ ਨੂੰ ਕਰਨ ਵਾਲਾ ਮਨੁੱਖ ਬਣ ਜਾਏਗਾ। ਹਾਲੇਲੂਇਆ, ਹਾਲੇਲੂਇਆ। ਮੇਰੇ ਪਿਆਰੇ ਭੈਣ ਭਾਈਓ, ਪਰਮੇਸ਼ਰ ਪ੍ਰਭੂ ਯਿਸੂ ਤੁਹਾਨੂੰ ਬਹੁਤ ਪਿਆਰ ਕਰਦਾ ਹੈ। ਉਹਨੇ ਤੁਹਾਡੇ ਲਈ ਆਪਣੀ ਜਾਨ ਸਲੀਬ ਦੇ ਦਿੱਤੀ ਹੈ, ਆਪਣਾ ਲਹੂ ਤੁਹਾਡੇ ਲਈ ਵਹਾਇਆ ਹੈ ਔਰ ਉਹ ਚਾਹੁੰਦਾ ਹੈ ਕਿ ਤੁਸੀਂ ਇਸ ਸੰਸਾਰ ਵਿੱਚ ਉਹਦੇ ਗਵਾਹ ਬਣ ਕੇ ਜੀਓ। ਆਮੀਨ, ਹਾਲੇਲੂਇਆ, ਹਾਲੇਲੂਇਆ। ਤੁਸੀਂ ਉਹਦੀ ਗਵਾਹੀ ਦੇ ਨਾਲ ਆਪਣੇ ਜੀਵਨ ਵਿੱਚ, ਸੰਸਾਰ ਦੇ ਵਿੱਚ ਜੀਣਾ ਹੈ। ਤੁਹਾਡੇ ਦੁੱਖ, ਤੁਹਾਡੀਆਂ ਤਕਲੀਫਾਂ, ਤੁਹਾਡੀਆਂ ਮੁਸ਼ਕਲਾਂ, ਤੁਹਾਡੀਆਂ ਪਰੇਸ਼ਾਨੀਆਂ ਤੁਹਾਡੀ ਜ਼ਿੰਦਗੀ ਚੋਂ ਖਤਮ ਕਰਨ ਦੇ ਲਈ ਪ੍ਰਭੂ ਯਿਸੂ ਮਸੀਹ ਸ਼ਕਤੀਸ਼ਾਲੀ ਹੈ। ਆਮੀਨ। ਪ੍ਰਭੂ ਯਿਸੂ ਮਸੀਹ ਸਮਰਥੀ ਹੈ। ਆਮੀਨ, ਹਾਲੇਲੂਇਆ, ਹਾਲੇਲੂਇਆ। ਭਾਈ ਕਿੰਨਾ ਵੀ ਵੱਡਾ ਦੁੱਖ ਤੁਹਾਡੇ ਜੀਵਨ 'ਚ ਹੈ, ਕਿੰਨੀ ਵੱਡੀ ਪਰੇਸ਼ਾਨੀ, ਕੋਈ ਬਿਮਾਰੀ ਤੁਹਾਡੇ ਜੀਵਨ 'ਚ ਹੈ, ਪ੍ਰਭੂ ਯਿਸੂ ਮਸੀਹ ਬੋਲ ਰਿਹਾ ਹੈ, ਇਹਦਾ ਅੰਤ ਮੌਤ ਨਹੀਂ ਹੈ, ਬਲਕਿ ਇਹ ਪਰਮੇਸ਼ਰ ਦੀ ਮਹਿਮਾ ਦੇ ਵਾਸਤੇ। ਆਮੀਨ, ਹਾਲੇਲੂਇਆ, ਹਾਲੇਲੂਇਆ। ਇਸ ਤੋਂ ਬਾਅਦ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਸੁਨੇਹਾ ਮਿਲਿਆ ਕਿ ਤੁਹਾਡਾ ਮਿੱਤਰ ਬਿਮਾਰ ਹੈ, ਤਾਂ ਪ੍ਰਭੂ ਯਿਸੂ 2 ਦਿਨ ਉਸ ਜਗ੍ਹਾ ਦੇ ਉੱਤੇ ਠਹਿਰ ਗਏ ਔਰ ਫਿਰ ਲਾਜ਼ਰ ਮਰ ਜਾਂਦਾ ਹੈ ਔਰ ਮਰਨ ਤੋਂ ਬਾਅਦ ਉਹਨੂੰ ਕਬਰ ਦੇ ਵਿੱਚ ਰੱਖਿਆ ਜਾਂਦਾ ਹੈ। ਹਾਲੇਲੂਇਆ, ਹਾਲੇਲੂਇਆ। ਔਰ ਪ੍ਰਭੂ ਯਿਸੂ ਉਹਦੀ ਕਬਰ ਉੱਤੇ ਜਦੋਂ ਜਾਂਦੇ ਨੇ ਤੇ ਕਬਰ ਉੱਤੇ ਜਾ ਕੇ ਅਸੀਂ ਯੋਹੰਨਾ 11 ਬਾਬ ਉਹਦਾ 38ਵਾਂ ਵਚਨ ਪੜਾਂਗੇ ਕਿ ਜਿਸ ਕਬਰ ਵਿੱਚ ਉਹਨੂੰ ਰੱਖਿਆ ਗਿਆ, ਦਫਨ ਕਰ ਦਿੱਤਾ ਗਿਆ ਸੀ, ਉਹਦੇ ਬਾਰੇ ਜ਼ਿਕਰ ਕੀਤਾ ਯੋਹੰਨਾ ਦੀ ਅੰਜੀਲ 11 ਬਾਬ ਉਹਦਾ 38ਵਾਂ ਵਚਨ। जल्दी से नाम पढ़ना। यीशु मन में फिर बहुत ही उदास होकर कब्र पर आया। यीशु मसीह अपने मन ਦੇ ਵਿੱਚ ਉਦਾਸ ਹੋਇਆ ਤੇ ਉਹ ਕਬਰ ਦੇ ਉੱਤੇ ਆ ਗਿਆ। वह एक गुफा थी। ਜਿਹੜੀ ਕਬਰ ਹੈ ਇੱਕ ਗੁਫਾ ਦੇ ਵਾਂਗ ਬਣੀ ਹੋਈ ਸੀ, ਜਿਵੇਂ ਗੁਫਾਵਾਂ ਬਣੀਆਂ ਹੁੰਦੀਆਂ, ਗੁਫਾ ਦੀ ਤਰ੍ਹਾਂ ਉਹ ਕਬਰ ਸੀ। और एक पत्थर उस पर रखा था। ਅਤੇ ਉਸ ਗੁਫਾ ਦੇ ਬਾਹਰ ਇੱਕ ਬਹੁਤ ਵੱਡਾ ਪੱਥਰ ਰੱਖਿਆ ਸੀ ਔਰ ਅੰਦਰ ਉਹਦੇ ਲਾਜ਼ਰ ਨੂੰ ਰੱਖਿਆ ਹੋਇਆ ਸੀ। यीशु ने कहा, प्रभु यीशु मसीह ने ਜਿਹੜੇ ਲੋਕ ਉੱਥੇ ਖੜੇ ਸਨ ਉਹਨਾਂ ਨੂੰ ਕਿਹਾ, पत्थर हटाओ। ਇਸ ਪੱਥਰ ਨੂੰ ਪਿੱਛੇ ਹਟਾ ਦਿਓ। ਹਾਲੇਲੂਇਆ, 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 ਹਾਲੇਲੂਇਆ। ਮੇਰੇ ਭੈਣ ਭਾਈ, ਮੈਂ ਦੱਸ ਰਿਹਾ ਕਿ ਪ੍ਰਭੂ ਯਿਸੂ ਮਸੀਹ ਗਵਾਚਿਆਂ ਹੋਇਆਂ ਨੂੰ ਲੱਭਣ ਦੇ ਲਈ ਇਸ ਸੰਸਾਰ ਵਿੱਚ ਆਇਆ। ਆਮੀਨ, ਹਾਲੇਲੂਇਆ, ਹਾਲੇਲੂਇਆ। ਉਹ ਲਾਜ਼ਰ ਵੀ ਇਸ ਸੰਸਾਰ ਦੇ ਵਿੱਚ ਖੋ ਗਿਆ ਸੀ। ਪ੍ਰਭੂ ਯਿਸੂ ਨੇ ਕਿਹਾ ਕਿ ਬਿਮਾਰੀ ਮੌਤ ਦੇ ਲਈ ਨਹੀਂ ਹੈ, ਬਲਕਿ ਪਰਮੇਸ਼ਰ ਦੀ ਮਹਿਮਾ ਦੇ ਵਾਸਤੇ ਹੈ। ਮਤਲਬ ਲਾਜ਼ਰ ਦਾ ਜੀਵਨ, ਲਾਜ਼ਰ ਦੀ ਜ਼ਿੰਦਗੀ ਸਾਡੇ ਜੀਵਨ ਨੂੰ ਸਮਝਾਉਣ ਦੇ ਲਈ, ਸਾਡੇ ਜੀਵਨ ਨੂੰ ਦਿਖਾਉਣ ਦੇ ਲਈ, ਦਰਸਾਉਣ ਦੇ ਲਈ ਹੈ ਕਿ ਕਿਵੇਂ ਲਾਜ਼ਰ ਇਸ ਸੰਸਾਰ ਦੇ ਵਿੱਚ ਖੋਇਆ। ਮਤਲਬ ਉਹ ਮੌਤ ਨੂੰ ਦਰਸਾ ਰਿਹਾ, ਜਿਵੇਂ ਅਸੀਂ ਲੂਕਾ ਦੇ ਵਿੱਚ ਪੜ੍ਹ ਕੇ ਆਏ ਹਾਂ ਕਿ ਇਹ ਮੇਰਾ ਪੁੱਤਰ ਗਵਾਚ ਗਿਆ ਸੀ, ਹੁਣ ਲੱਭ ਗਿਆ, ਇਹ ਮਰ ਗਿਆ ਸੀ, ਹੁਣ ਇਹ ਜ਼ਿੰਦਾ ਹੋ ਗਿਆ। ਮਤਲਬ ਗਵਾਚ ਜਾਣਾ ਮਤਲਬ ਮਰ ਜਾਣਾ। तो इस तरह आज ਜਿਹੜੇ ਸੰਸਾਰ ਦੇ ਵਿੱਚ ਲੋਕ ਖੋਏ ਹੋਏ ਨੇ, ਜਿਹੜੀ ਗੁਫਾ ਕਬਰ ਨੂੰ ਦਿਖਾਉਂਦੀ ਹੈ ਜਿਹਦੇ ਵਿੱਚ ਲਾਜ਼ਰ ਬੰਦ ਸੀ, ਉਹ ਗੁਫਾ ਇੱਕ ਸੰਸਾਰ ਦਾ ਪ੍ਰਤੀਕ ਹੈ ਸਾਡੇ। ਹਾਲੇਲੂਇਆ, ਹਾਲੇਲੂਇਆ। ਗੁਫਾ ਕਿਹਦਾ ਪ੍ਰਤੀਕ ਹੈ? ਸੰਸਾਰ ਦਾ ਪ੍ਰਤੀਕ ਹੈ। ਮਤਲਬ ਹਰ ਇਨਸਾਨ ਅੱਜ ਲਾਜ਼ਰ ਦੀ ਤਰ੍ਹਾਂ ਹੀ, ਉਸ ਸਮੇਂ ਲਾਜ਼ਰ ਕਬਰ ਦੇ ਅੰਦਰ ਬੰਦ ਸੀ, ਅੱਜ ਮੈਂ ਔਰ ਤੁਸੀਂ ਹਰ ਇਨਸਾਨ ਜਿਹੜਾ ਪਾਪ ਅਤੇ ਬੁਰਾਈ ਦੇ ਵਿੱਚ ਹੈ, ਉਹ ਸੰਸਾਰ ਰੂਪੀ ਇਸ ਗੁਫਾ ਦੀ ਕਬਰ ਦੇ ਵਿੱਚ ਰੱਖਿਆ ਹੋਇਆ, ਕਬਰ ਦੇ ਵਿੱਚ ਬੰਦ ਕੀਤਾ ਹੋਇਆ। ਹਾਲੇਲੂਇਆ, ਹਾਲੇਲੂਇਆ। ਔਰ ਲਿਖਿਆ ਕਿ ਉਸ ਗੁਫਾ ਦੇ ਬਾਹਰ ਜਿਹੜਾ ਦਰਵਾਜ਼ਾ ਸੀ ਉਹਦਾ ਅੰਦਰ ਜਾਣ ਦੇ ਲਈ, ਉਹਦੇ ਬਾਹਰ ਇੱਕ ਬਹੁਤ ਵੱਡਾ ਪੱਥਰ ਰੱਖਿਆ ਹੋਇਆ ਸੀ। ਹਾਲੇਲੂਇਆ, ਹਾਲੇਲੂਇਆ। ਔਰ ਪੱਥਰ ਦੇ ਅੰਦਰ, ਉਸ ਗੁਫਾ ਦੇ ਅੰਦਰ
ਪੱਥਰ ਦੇ ਪਰਲੇ ਪਾਸੇ ਲਾਜ਼ਰ ਅੰਦਰ ਪਿਆ ਹੋਇਆ ਸੀ, ਉਹ ਸੰਸਾਰ ਵਿੱਚ ਉਸ ਕਬਰ ਦੇ ਵਿੱਚ ਖੋਇਆ ਹੋਇਆ ਸੀ, ਮਰਿਆ ਹੋਇਆ ਸੀ, ਡੈਡ ਪਿਆ ਹੋਇਆ ਸੀ। तो ਜਿਹੜੇ ਵੀ ਲੋਕ ਅੱਜ ਪਾਪ ਦੇ ਵਿੱਚ ਇਸ ਸੰਸਾਰ ਦੇ ਵਿੱਚ, ਇਸ ਸੰਸਾਰ ਇੱਕ ਗੁਫਾ ਹੈ, ਇਸ ਗੁਫਾ ਦੇ ਅੰਦਰ ਜਿਹੜੇ ਗਵਾ ਚੁੱਕੇ ਨੇ, ਖੋ ਚੁੱਕੇ ਨੇ, ਇਹਦੇ ਅੰਦਰ ਬਹੁਤ ਸਾਰੇ ਨਸ਼ੇ ਨੇ, ਇਸ ਸੰਸਾਰ ਦੇ ਅੰਦਰ ਬਹੁਤ ਸਾਰੀ ਬੁਰਾਈ ਹੈ, ਬਹੁਤ ਸਾਰਾ ਪਾਪ ਹੈ, ਹਰ ਤਰ੍ਹਾਂ ਦੀ ਇਹਦੇ ਅੰਦਰ ਬੁਰਾਈ ਹੈ। ਔਰ ਜਿਹੜੇ ਵੀ ਲੋਕ ਪਰਮੇਸ਼ਰ ਨੂੰ ਨਫ਼ਰਤ ਕਰਦੇ ਨੇ, ਪਰਮੇਸ਼ਰ ਨੂੰ ਪਿਆਰ ਨਹੀਂ ਕਰਦੇ, ਆਪਣਾ ਜੀਵਨ ਪਰਮੇਸ਼ਰ ਨੂੰ ਨਹੀਂ ਦਿੰਦੇ, ਉਹ ਅੱਜ ਇਸ ਸੰਸਾਰ ਰੂਪੀ ਗੁਫਾ ਦੇ ਅੰਦਰ ਮਰੇ ਪਏ ਹੋਏ। ਔਰ ਜਿਹੜਾ ਪੱਥਰ ਹੈ, ਉਹ ਪੱਥਰ ਉਹਨਾਂ ਦੇ ਪਾਪ ਨੂੰ ਦਰਸਾ ਰਿਹਾ ਹੈ ਕਿ ਉਹਨਾਂ ਦੀ ਜ਼ਿੰਦਗੀ ਦੇ ਇੱਕ ਬਹੁਤ ਵੱਡਾ ਪੱਥਰ ਹੈ, ਔਰ ਉਸ ਪੱਥਰ ਨੇ ਉਸ ਗੁਫਾ ਨੂੰ ਬੰਦ ਕਰ ਦਿੱਤਾ ਹੈ। ਅੰਦਰ ਉਹ ਅੰਧਕਾਰ ਵਿੱਚ ਰਹਿ ਰਹੇ ਨੇ, ਔਰ ਪਾਪ ਦਾ ਪੱਥਰ ਜਿਹੜਾ ਬਾਹਰ ਹੈ, ਉਹ ਪਰਮੇਸ਼ਰ ਨੂੰ ਅਤੇ ਉਹਨਾਂ ਨੂੰ ਆਪਸ ਵਿੱਚ ਦੂਰੀ ਬਣਾਈ ਹੋਈ, ਪਰਮੇਸ਼ਰ ਨੂੰ ਉਹਨਾਂ ਤੱਕ ਪਹੁੰਚਣ ਨਹੀਂ ਦਿੰਦਾ। ਹਾਲੇਲੂਇਆ, ਹਾਲੇਲੂਇਆ। ਔਰ ਪਰਮੇਸ਼ਰ ਮਸੀਹ ਨੂੰ ਆਗਿਆ ਦਿੱਤੀ ਹੈ ਕਿ ਪੱਥਰ ਨੂੰ ਪਿੱਛੇ ਹਟਾਓ, ਪੱਥਰ ਨੂੰ ਕੀ ਕਰੋ, ਪਿੱਛੇ ਹਟਾਓ। ਜੇਕਰ ਇੱਕ ਦੌੜਿਆ ਹੋਇਆ ਇਨਸਾਨ ਪ੍ਰਭੂ ਯਿਸੂ ਮਸੀਹ ਦੇ ਕੋਲ ਆਉਣਾ ਚਾਹੁੰਦਾ ਹੈ ਤੇ ਉਹਨੂੰ ਆਪਣੇ ਜੀਵਨ 'ਚ ਸਭ ਤੋਂ ਪਹਿਲਾ ਕੰਮ ਕਰਨਾ ਹੈ ਕਿ ਜਿਹੜਾ ਪਾਪ ਰੂਪੀ ਪੱਥਰ ਹੈ, ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਸਾਈਡ ਤੇ ਕਰਨਾ ਹੈ। ਆਮੀਨ, ਆਮੀਨ। ਤਦ ਉਹਨਾਂ ਲੋਕਾਂ ਨੇ ਉਸ ਪੱਥਰ ਨੂੰ ਪਿੱਛੇ ਹਟਾ ਦਿੱਤਾ। ਯਿਸੂ ਮਸੀਹ ਨੇ ਆਵਾਜ਼ ਦਿੱਤੀ, ਲਾਜ਼ਰ ਬਾਹਰ ਆ ਜਾ। ਹਾਲੇਲੂਇਆ, ਹਾਲੇਲੂਇਆ। ਇਹ ਆਵਾਜ਼ ਦਿੱਤੀ, ਲਾਜ਼ਰ ਬਾਹਰ ਆ ਜਾ। ਹਾਲੇਲੂਇਆ, 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 ਹਾਲੇਲੂਇਆ। ਉਹ ਲਾਜ਼ਰ ਜਿਹੜਾ ਸੀ ਉਹ ਕਬਰ ਦੇ ਵਿੱਚੋਂ ਬਾਹਰ ਆ ਗਿਆ। ਯਹੋਨਾ 11 ਬਾਬ ਦਾ 44 ਵਚਨ ਪੜਾਂਗੇ। ਜਦੋਂ ਪੱਥਰ ਨੂੰ ਹਟਾ ਦਿੱਤਾ ਗਿਆ ਤਾਂ ਪ੍ਰਭੂ ਯਿਸੂ ਮਸੀਹ ਨੇ ਉਸ ਗਵਾਚੇ ਹੋਏ ਇਨਸਾਨ ਨੂੰ ਸੰਸਾਰ ਦੇ ਵਿੱਚੋਂ ਲੱਭ ਲਿਆ। ਹਾਂਜੀ, ਪੜਾਂਗੇ। जो मर गया था, ਜਿਹੜਾ ਮਰ ਗਿਆ ਸੀ ਤੇ ਗੁਫਾ ਦੇ ਅੰਦਰ ਪਿਆ ਹੋਇਆ ਸੀ, वह कफन से हाथ पांव बंधे हुए निकल आया। ਜਦੋਂ ਪ੍ਰਭੂ ਯਿਸੂ ਨੇ ਉਹ ਆਵਾਜ਼ ਦਿੱਤੀ, ਆਵਾਜ਼ ਦੇ ਕੇ ਉਹਨੂੰ ਬੁਲਾਇਆ ਅਤੇ ਉਹ ਕਬਰ ਦੇ ਵਿੱਚੋਂ ਕਫਨ ਵਿੱਚ ਬੰਨਿਆ ਹੋਇਆ ਬਾਹਰ ਆ ਗਿਆ। ਆਮੀਨ, ਆਮੀਨ। ਕਬਰ ਵਿੱਚੋਂ ਕਿਵੇਂ ਬਾਹਰ ਆ ਗਿਆ? ਕਫਨ ਦੇ ਵਿੱਚ ਬੱਝਾ ਹੋਇਆ। ਹਾਲੇਲੂਇਆ, ਹਾਲੇਲੂਇਆ। ਉਹਦਾ ਸਾਰਾ ਸਰੀਰ ਕਫਨ ਦੇ ਨਾਲ ਬੱਝਿਆ ਹੋਇਆ ਹੈ, ਔਰ ਫਿਰ ਵੀ ਉਹ ਕਬਰ ਦੇ ਅੰਦਰੋਂ ਬਾਹਰ ਆ ਜਾਂਦਾ ਹੈ ਕਿਉਂਕਿ ਪ੍ਰਭੂ ਨੇ ਉਹਨੂੰ ਬੁਲਾ ਲਿਆ, ਪ੍ਰਭੂ ਨੇ ਉਹਨੂੰ ਆਵਾਜ਼ ਦੇ ਦਿੱਤੀ ਹੈ। ਹਾਲੇਲੂਇਆ, 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 ਹਾਲੇਲੂਇਆ। ਅੱਜ ਬਹੁਤ ਸਾਰੇ ਭੈਣ ਭਰਾ ਨੇ, ਉਹਨਾਂ ਦੀ ਜ਼ਿੰਦਗੀ 'ਚ ਪਰਮੇਸ਼ਰ ਨੇ ਕੰਮ ਕੀਤਾ ਹੈ, ਉਹਨਾਂ ਨੂੰ ਇਸ ਸੰਸਾਰ ਦੇ ਵਿੱਚੋਂ ਬੁਲਾਇਆ ਹੈ, ਇਸ ਸੰਸਾਰ ਦੇ ਵਿੱਚੋਂ ਉਹਨਾਂ ਨੂੰ ਚੁਣਿਆ ਹੈ ਅਤੇ ਉਹ ਸੰਸਾਰ ਵਿੱਚੋਂ ਬਾਹਰ ਆ ਗਏ ਨੇ। ਉਹਨਾਂ ਦੇ ਜੀਵਨ 'ਚ ਪਰਮੇਸ਼ਰ ਨੇ ਅਦਭੁਤ ਕੰਮ ਕੀਤਾ ਹੈ, ਉਹਨਾਂ ਦੀ ਬਿਮਾਰੀ ਨੂੰ ਚੰਗਾ ਕੀਤਾ ਹੈ, ਉਹਨਾਂ ਨੂੰ ਬੱਚੇ ਦੀ ਆਸ਼ੀਸ਼ ਨਾਲ ਬਲੈਸ ਕੀਤਾ ਹੈ, ਉਹਨਾਂ ਦੇ ਪਾਪ क्षमा ਕੀਤੇ ਨੇ ਅਤੇ ਉਹ ਪ੍ਰਭੂ ਯਿਸੂ ਮਸੀਹ ਦੇ ਕੋਲ ਆਏ ਨੇ। ਪਰ ਪ੍ਰਭੂ ਯਿਸੂ ਮਸੀਹ ਦੇ ਕੋਲ ਆਉਣ ਤੋਂ ਬਾਅਦ ਵੀ ਉਹਨਾਂ ਦਾ ਜੀਵਨ ਬੱਝਾ ਹੋਇਆ ਹੈ। ਹਾਲੇਲੂਇਆ, ਹਾਲੇਲੂਇਆ। ਅਜੇ ਵੀ ਤਣੀਆਂ ਵਿੱਚ, ਅਜੇ ਵੀ ਕਫਨ ਵਿੱਚ ਬੱਝੇ ਹੋਏ ਨੇ, ਉਹਨਾਂ ਦੇ ਜੀਵਨ 'ਚ ਬੰਧਨ ਨੇ। ਇਹ ਲਾਜ਼ਰ ਕਬਰ ਚੋਂ ਬਾਹਰ ਆ ਚੁੱਕਿਆ ਹੈ, ਇਹ ਗੁਫਾ ਚੋਂ ਬਾਹਰ ਆ ਚੁੱਕਿਆ ਹੈ, ਇਹ ਸੰਸਾਰ ਚੋਂ ਬਾਹਰ ਆ ਚੁੱਕਿਆ ਹੈ, ਇਹ ਪ੍ਰਭੂ ਦੇ ਪਿੱਛੇ ਚੱਲਣਾ ਚਾਹੁੰਦਾ ਹੈ, ਪਰ ਫਿਰ ਵੀ ਉਹਦੇ ਜੀਵਨ ਨੂੰ ਬੰਧਨਾਂ ਨੇ ਜਕੜਿਆ ਹੋਇਆ ਹੈ। ਅਜੇ ਵੀ ਉਹ ਆਜ਼ਾਦ ਨਹੀਂ ਹੋਇਆ, ਅਜੇ ਵੀ ਬੰਧਨ ਉਹਦੇ ਉੱਤੇ ਲੱਗੇ ਹੋਏ ਨੇ। ਅੱਜ ਮੇਰੇ ਅਤੇ ਤੁਹਾਡੀ ਜ਼ਿੰਦਗੀ ਵਿੱਚ ਵੀ ਭੈਣ ਭਾਈ ਉਹ ਬੰਧਨ ਨੇ। ਪ੍ਰਭੂ ਨੇ ਸਾਨੂੰ ਆਜ਼ਾਦ ਕਰ ਦਿੱਤਾ ਹੈ, ਸਾਡੇ ਜੀਵਨ 'ਚ ਚਮਤਕਾਰ ਦਿਖਾ ਦਿੱਤਾ ਹੈ, ਸਾਨੂੰ ਚੁਣ ਲਿਆ ਉਸਨੇ ਆਪਣੀ ਮਹਿਮਾ ਦੇ ਲਈ, ਪਰ ਫਿਰ ਵੀ ਅਸੀਂ ਅਜੇ ਫ੍ਰੀ ਨਹੀਂ ਹਾਂ, ਫਿਰ ਵੀ ਅਸੀਂ ਆਜ਼ਾਦ ਨਹੀਂ ਹਾਂ। ਸਾਡੇ ਉੱਤੇ ਬੰਧਨ ਨੇ, ਸਾਡੇ ਉੱਤੇ ਸਾਡੀ ਜਾਤੀ ਦਾ, ਸਾਡੇ ਧਰਮ ਦਾ ਬੰਧਨ ਅਜੇ ਬੱਝਿਆ ਹੋਇਆ ਹੈ, ਸਾਡੇ ਉੱਤੇ ਸੰਸਾਰਿਕ ਸੰਸਕਾਰਾਂ ਦਾ ਬੰਧਨ ਅਜੇ ਬੱਝਿਆ ਹੋਇਆ ਹੈ, ਜਿਹਦੇ ਤੋਂ ਅਸੀਂ ਮੁਕਤ ਨਹੀਂ ਹੋਣਾ ਚਾਹੁੰਦੇ, ਆਜ਼ਾਦ ਨਹੀਂ ਹੋਣਾ ਚਾਹੁੰਦੇ। ਜੀਵਨ ਸਾਡੇ ਅੰਦਰ ਆ ਚੁੱਕਿਆ ਹੈ, ਪਰ ਫਿਰ ਵੀ ਅਸੀਂ ਪ੍ਰਭੂ ਦੀ ਮਹਿਮਾ ਦੇ ਲਈ, ਉਹਦੀ ਗਵਾਹੀ ਦੇ ਲਈ ਆਜ਼ਾਦ ਨਹੀਂ ਹਾਂ, ਅਜੇ ਵੀ ਬੱਚੇ ਹੋਏ ਹਾਂ, ਔਰ ਅਸੀਂ ਖੁੱਲ ਕੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੀ ਮਹਿਮਾ ਨਹੀਂ ਕਰ ਪਾ ਰਹੇ, ਉਹਦੇ ਨਾਮ ਦੀ ਗਵਾਹੀ ਨਹੀਂ ਦੇ ਪਾ ਰਹੇ। ਸਾਡੇ ਜੀਵਨ 'ਚ ਡਰ ਦਾ ਬੰਧਨ ਹੈ ਕਿ ਜੇਕਰ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਖੁੱਲੇ ਆਮ ਮੰਨਣਾ ਸ਼ੁਰੂ ਕਰ ਦਿੱਤਾ, ਜੇਕਰ ਅਸੀਂ ਆਪਣੇ ਘਰ ਵਿੱਚ ਇਬਾਦਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜੇਕਰ ਅਸੀਂ ਆਪਣੇ ਫੰਕਸ਼ਨਾਂ ਉੱਤੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੀ ਮਹਿਮਾ ਕਰਨੀ ਸ਼ੁਰੂ ਕਰ ਦਿੱਤੀ, ਸਾਡੀ ਜਾਤੀ ਦੇ ਲੋਕ, ਸਾਡੇ ਧਰਮ ਦੇ ਲੋਕ, ਸਾਡੇ ਸੰਸਾਰ ਦੇ ਲੋਕ ਸਾਨੂੰ ਛੱਡ ਦੇਣਗੇ, ਸਾਨੂੰ ਛੇਕ ਦੇਣਗੇ, ਅਸੀਂ ਇਕੱਲੇ ਪੈ ਜਾਵਾਂਗੇ, ਅਸੀਂ ਇਕੱਲੇ ਰਹਿ ਜਾਵਾਂਗੇ। ਇਹ ਡਰ ਦੇ ਬੰਧਨ ਅਜੇ ਵੀ ਸਾਡੇ ਜੀਵਨ 'ਚ ਲੱਗੇ ਹੋਏ ਨੇ, ਜਿਨ੍ਹਾਂ ਦੇ ਕਾਰਨ ਅਸੀਂ ਪੂਰਨਤਾਈ ਦੇ ਨਾਲ ਪਰਮੇਸ਼ਰ ਦੀ ਮਹਿਮਾ ਨਹੀਂ ਕਰ ਪਾ ਰਹੇ, ਪਰਮੇਸ਼ਰ ਦੇ ਪਿੱਛੇ ਨਹੀਂ ਚੱਲ ਰਹੇ। ਪਰ ਪ੍ਰਭੂ ਯਿਸੂ ਮਸੀਹ ਸਿਰਫ ਸਾਨੂੰ ਬਿਮਾਰੀ ਤੋਂ ਚੰਗਾ ਨਹੀਂ ਕਰਨਾ ਚਾਹੁੰਦਾ, ਸਿਰਫ ਸੰਸਾਰਕ ਆਸ਼ੀਸ਼ਾਂ ਦੇ ਨਾਲ ਹੀ ਨਹੀਂ ਕਰਨਾ ਚਾਹੁੰਦਾ, ਸਿਰਫ ਇਹ ਨਹੀਂ ਕਿ ਸਾਡਾ ਵੀਜ਼ਾ ਲੱਗ ਕੇ ਔਰ ਅਸੀਂ ਬਾਹਰ ਚਲੇ ਜਾਈਏ, ਸਿਰਫ ਇਹੀ ਨਹੀਂ ਚਾਹੁੰਦਾ ਕਿ ਅਸੀਂ ਚੰਗੇ ਹੋ ਜਾਈਏ ਅਤੇ ਆਪਣੇ ਕੰਮਾਂ ਕਾਰਾਂ ਵਿੱਚ ਲੱਗ ਜਾਈਏ, ਸਿਰਫ ਇਹੀ ਨਹੀਂ ਚਾਹੁੰਦਾ ਕਿ ਸਾਨੂੰ ਦੁਨਿਆਵੀ ਬਰਕਤਾਂ ਆਸ਼ੀਸ਼ਾਂ ਦਿੰਦਾ ਜਾਏ ਅਤੇ ਅਸੀਂ ਉਹਨਾਂ ਨੂੰ ਲੈ ਕੇ ਫਿਰ ਸੰਸਾਰ ਵਿੱਚ ਖੋ ਜਾਈਏ। ਉਹ ਚਾਹੁੰਦਾ ਹੈ
ਕਿ ਜੋ ਆਜ਼ਾਦੀ ਦਾ ਜੀਵਨ ਸਾਨੂੰ ਦੇਵੇ, ਉਸ ਆਜ਼ਾਦੀ ਦੇ ਜੀਵਨ ਨੂੰ ਲੈ ਕੇ ਅਸੀਂ ਉਹਦੇ ਨਾਮ ਦੀ ਮਹਿਮਾ ਇਸ ਸੰਸਾਰ ਦੇ ਵਿੱਚ ਕਰ ਸਕੀਏ। ਆਮੀਨ, ਹਾਲੇਲੂਇਆ, ਹਾਲੇਲੂਇਆ। क्योंकि उसने कहा कि ये बीमारी परमेश्वर की महिमा के लिए आई है, पर जिस साडे द्वारा परमेश्वर की महिमा नहीं हो रही, परमेश्वर की महिमा ਨੂੰ ਅਸੀਂ ਪ੍ਰਗਟ ਨਹੀਂ ਕਰ ਰਹੇ, ਤਾਂ ਫਿਰ ਅਸੀਂ ਅਜੇ ਬੰਧਨ ਵਿੱਚ ਬਚੇ ਹੋਏ। ਜਿਹੜੇ ਲੋਕ ਲਾਜ਼ਰ ਦੀ ਕਬਰ ਉੱਤੇ ਬਾਹਰ ਖੜੇ ਸਨ, ਜਿਨ੍ਹਾਂ ਨੇ ਉਹਨੂੰ ਕਬਰ ਚੋਂ ਬਾਹਰ ਹੁੰਦੇ ਹੋਏ ਦੇਖ ਲਿਆ ਸੀ, ਉਹਨਾਂ ਨੇ ਦੇਖ ਲਿਆ ਸੀ ਉਹਦਾ ਲਿਬਾਸ ਤਾਂ ਚਿੱਟਾ ਬਣ ਗਿਆ, ਚਿੱਟੇ ਲਿਬਾਸ ਦੇ ਵਿੱਚ ਹੈ ਉਹ। ਅੱਜ ਵੀ ਬਹੁਤ ਸਾਰੇ ਭੈਣ ਭਾਈ ਆਪਣੇ ਆਪ ਨੂੰ ਚਿੱਟੇ ਲਿਬਾਸ ਦੇ ਅੰਦਰ ਮਹਿਸੂਸ ਕਰਦੇ ਨੇ, ਸਮਝਦੇ ਨੇ, ਪਰ ਫਿਰ ਵੀ ਉਹਨਾਂ ਦੇ ਵਿੱਚ ਬੰਧਨ ਬਚੇ ਹੋਏ। ਆਮੀਨ, ਆਮੀਨ, ਹਾਲੇਲੂਇਆ, ਹਾਲੇਲੂਇਆ। ਚਿੱਟੇ ਕੱਪੜਿਆਂ ਨੂੰ ਪਾ ਕੇ ਇਹ ਨਹੀਂ ਸੋਚਣਾ ਕਿ ਸ਼ਾਇਦ ਅਸੀਂ ਆਜ਼ਾਦ ਹੋ ਚੁੱਕੇ ਹਾਂ, ਅਸੀਂ ਸਾਡੇ ਬੰਧਨ ਟੁੱਟ ਚੁੱਕੇ ਨੇ, ਪਰ ਜੇ ਅਜੇ ਵੀ ਸਾਡੇ ਉੱਤੇ ਡਰ ਹੈ ਸਾਡੇ ਜੀਵਨ 'ਚ, ਇਹਦਾ ਮਤਲਬ ਹੈ ਕਿ ਲਾਜ਼ਰ ਨੇ ਚਿੱਟੇ ਕੱਪੜੇ ਪਾਏ ਹੋਏ ਸੀ, ਪਰ ਫਿਰ ਵੀ ਉਹਦੇ ਜੀਵਨ ਦੇ ਵਿੱਚ ਬੰਧਨ ਸੀ, ਉਹ ਮੁਕਤ ਨਹੀਂ ਹੋਇਆ, ਉਹ ਆਜ਼ਾਦ ਨਹੀਂ ਹੋਇਆ। ਹਰ ਇੱਕ ਭੈਣ ਭਰਾ ਦੇ ਆਪਣੇ ਆਪਣੇ ਬੰਧਨ ਨੇ, ਹਰ ਇੱਕ ਦੀਆਂ ਆਪਣੀਆਂ ਆਪਣੀਆਂ ਸੀਮਾਂ ਨੇ, ਹੱਦਾਂ ਨੇ, ਔਰ ਜੇਕਰ ਸਾਡੇ ਉਹ ਬੰਧਨ ਨੇ ਤੇ ਪ੍ਰਭੂ ਚਾਹੁੰਦਾ ਹੈ ਕਿ ਇਹਨਾਂ ਬੰਧਨਾਂ ਨੂੰ ਅੱਜ ਖੋਲ ਦਿੱਤਾ ਜਾਏ। ਆਮੀਨ, ਆਮੀਨ। ਇਹਨਾਂ ਬੰਧਨਾਂ ਨੂੰ ਅੱਜ ਕੀ ਕਰ ਦਿੱਤਾ ਜਾਏ? ਖੋਲ ਦਿੱਤਾ ਜਾਏ। ਜਦੋਂ ਉਹ ਕਬਰ ਚੋਂ ਬਾਹਰ ਆਇਆ, ਚਿੱਟੇ ਕੱਪੜੇ ਪਾਏ ਹੋਏ ਪ੍ਰਭੂ ਦੇ ਪਿੱਛੇ ਚੱਲਣਾ ਸ਼ੁਰੂ ਕਰ ਦਿੱਤਾ, ਔਰ ਉਸਨੇ ਕਬਰ ਚੋਂ ਬਾਹਰ ਚੱਲ ਕੇ ਆ ਗਿਆ, ਤਾਂ ਯਿਸੂ ਮਸੀਹ ਨੇ ਕਿਹਾ ਕਿ ਹੁਣ ਇਹਨੂੰ ਪੂਰਨ ਆਜ਼ਾਦੀ ਦੀ ਲੋੜ ਹੈ, ਹੁਣ ਇਹਨੂੰ ਆਜ਼ਾਦ ਹੋ ਜਾਣਾ ਚਾਹੀਦਾ, ਇਹਦੇ ਬੰਧਨ ਖੁੱਲ ਜਾਣੇ ਚਾਹੀਦੇ ਨੇ, ਇਹਦੇ ਬੰਧਨਾਂ ਦੀਆਂ ਤਣੀਆਂ ਤੋਂ ਇਹਨੂੰ ਮੁਕਤ ਹੋ ਜਾਣਾ ਚਾਹੀਦਾ, ਤਾਂ ਜੋ ਬਿਲਕੁਲ ਫ੍ਰੀ ਹੋ ਕੇ, ਬਿਲਕੁਲ ਆਜ਼ਾਦ ਹੋ ਕੇ ਇਹ ਪਰਮੇਸ਼ਰ ਦੀ ਮਹਿਮਾ ਕਰ ਸਕੇ। ਆਮੀਨ, ਆਮੀਨ। ਹਾਲੇਲੂਇਆ, 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 ਹਾਲੇਲੂਇਆ। ਹਾਂ, ਯੋਹੰਨਾ 11:44 ਦਾ ਅਗਲਾ ਹਿੱਸਾ ਪੜ੍ਹਿਓ। ਉਹ ਕਬਰ ਵਿੱਚੋਂ ਬਾਹਰ ਆ ਗਿਆ और उसका मुंह अंगोछे से लिपटा हुआ था, और वो सारा अंगोछे ਦੇ ਨਾਲ ਟੱਕਿਆ ਹੋਇਆ ਸੀ, ਮੂੰਹ ਵੀ ਕਵਰ ਕੀਤਾ ਹੋਇਆ ਸੀ, ਸਾਰਾ ਬੰਧਨ ਸੀ, ਕਿਉਂਕਿ ਆਜ਼ਾਦ ਕਰ ਦਿੱਤਾ ਗਿਆ, ਉਹਨੂੰ ਜ਼ਿੰਦਾ ਕਰ ਦਿੱਤਾ ਗਿਆ, ਪਰ ਫਿਰ ਵੀ ਉਹ ਆਪਣਾ ਮੂੰਹ ਪ੍ਰੇਜ ਦੇ ਲਈ ਨਹੀਂ ਖੋਲ ਰਿਹਾ, ਗਵਾਹੀ ਦੇ ਲਈ ਨਹੀਂ ਖੋਲ ਰਿਹਾ, ਮਹਿਮਾ ਦੇ ਲਈ ਨਹੀਂ ਖੋਲ ਰਿਹਾ, ਆਪਣੇ ਹੱਥਾਂ ਨੂੰ ਤਾਲੀਆਂ ਦੇ ਲਈ ਇਸਤੇਮਾਲ ਨਹੀਂ ਕਰ ਰਿਹਾ, ਆਪਣੇ ਹੱਥਾਂ ਨੂੰ ਪਰਮੇਸ਼ਰ ਦੀ ਮਹਿਮਾ ਦੇ ਲਈ ਇਸਤੇਮਾਲ ਨਹੀਂ ਕਰ ਰਿਹਾ, ਕਿਉਂਕਿ ਜ਼ਿੰਦਾ ਹੋ ਚੁੱਕਿਆ ਹੈ, ਕਬਰ ਚੋਂ ਬਾਹਰ ਆ ਚੁੱਕਿਆ ਹੈ, ਪਰ ਫਿਰ ਵੀ ਅਜੇ ਉਹ ਬੰਧਨ ਦੇ ਅੰਦਰ ਹੈ। ਹਾਲੇਲੂਇਆ, ਹਾਲੇਲੂਇਆ। ਮੇਰੇ ਭੈਣ ਭਾਈਓ, ਤੁਹਾਡੇ ਜੀਵਨ 'ਚ ਵੀ ਪ੍ਰਭੂ ਨੇ ਤੁਹਾਨੂੰ ਜ਼ਿੰਦਾ ਕਰ ਦਿੱਤਾ ਹੋਇਆ ਹੈ, ਤੁਸੀਂ ਜ਼ਿੰਦਾ ਹੋ ਚੁੱਕੇ ਹੋ, ਪਰ ਫਿਰ ਵੀ ਤੁਸੀਂ ਅਜੇ ਵੀ ਆਪਣੇ ਆਪ ਨੂੰ ਬੰਧਨਾਂ ਦੇ ਵਿੱਚ ਰੱਖਿਆ ਹੋਇਆ ਹੈ, ਤੁਸੀਂ ਪੂਰੀ ਤਰ੍ਹਾਂ ਨਾਲ ਆਪਣੇ ਮੂੰਹ ਨੂੰ ਨਹੀਂ ਖੋਲਦੇ ਪਰਮੇਸ਼ਰ ਦੀ ਮਹਿਮਾ ਦੇ ਲਈ। ਹਾਲੇਲੂਇਆ, ਹਾਲੇਲੂਇਆ। ਤੁਹਾਡਾ ਮੂੰਹ ਟੱਕਿਆ ਹੋਇਆ ਅਜੇ ਵੀ, ਤੁਸੀਂ ਆਪਣੇ ਨਗਰ 'ਚ, ਆਪਣੇ ਮਹੱਲੇ 'ਚ ਵੀ ਪਰਮੇਸ਼ਰ ਦੀ ਮਹਿਮਾ ਨਹੀਂ ਕਰ ਰਹੇ, ਤੁਸੀਂ ਆਪਣੇ ਲੋਕਾਂ 'ਚ ਪਰਮੇਸ਼ਰ ਦੀ ਗਵਾਹੀ ਨਹੀਂ ਦੇ ਰਹੇ, ਤੁਸੀਂ ਆਪਣੇ ਹੱਥਾਂ ਨੂੰ ਇਸਤੇਮਾਲ ਨਹੀਂ ਕਰ ਰਹੇ ਕਿ ਹੱਥਾਂ ਦੇ ਇਸਤੇਮਾਲ ਕਰਕੇ ਲੋਕਾਂ ਨੂੰ ਪਰਮੇਸ਼ਰ ਦੇ ਵੱਲ ਆਉਣ ਦੇ ਲਈ ਪ੍ਰੇਰਿਤ ਕਰ ਸਕੋ। ਹਾਲੇਲੂਇਆ, 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 ਹਾਲੇਲੂਇਆ। ਤੁਸੀਂ ਆਪਣੇ ਹੱਥਾਂ ਨੂੰ ਪਰਮੇਸ਼ਰ ਦੇ ਕੰਮਾਂ ਦੇ ਲਈ ਨਹੀਂ ਵਧਾ ਪਾ ਰਹੇ, ਕਿਉਂਕਿ ਤੁਸੀਂ ਅਜੇ ਬੰਧਨ ਵਿੱਚ ਹੋ। ਤਾਂ ਪ੍ਰਭੂ ਯਿਸੂ ਮਸੀਹ ਜਦੋਂ ਉਸ ਨੂੰ ਦੇਖ ਰਿਹਾ ਹੈ ਕਿ ਇਹ ਕੋਸ਼ਿਸ਼ ਕਰ ਰਿਹਾ ਹੈ, ਚੱਲ ਰਿਹਾ ਹੈ, ਪਰ ਪੂਰਨਤਾਈ ਨਾਲ, ਆਜ਼ਾਦੀ ਨਾਲ ਨਹੀਂ ਕਰ ਰਿਹਾ, ਤਾਂ ਯਿਸੂ ਮਸੀਹ ਨੇ ਕੀ ਬੋਲਿਆ ਉਹਨਾਂ ਨੂੰ? यीशु ने उनसे कहा, ਯਿਸੂ ਮਸੀਹ ਨੇ ਉਹਨਾਂ ਨੂੰ ਕਿਹਾ, उसे खोल दो ਇਹਨੂੰ ਆਜ਼ਾਦ ਕਰ ਦਿਓ, ਇਹਨੂੰ ਖੋਲ ਦਿਓ और जाने दो। और इसको परमेश्वर की महिमा ਕਰਨ ਦੇ ਲਈ ਜਾਣ ਦਿਓ। ਆਮੀਨ, ਹਾਲੇਲੂਇਆ, ਹਾਲੇਲੂਇਆ। ਅੱਜ ਮੇਰਾ ਪਰਮੇਸ਼ਰ ਇਹ ਵਚਨ, ਇਹ ਸ਼ਬਦ ਤੁਹਾਡੇ ਲਈ ਬੋਲ ਰਿਹਾ ਹੈ, ਉਹ ਤੁਹਾਨੂੰ ਕਹਿ ਰਿਹਾ ਹੈ, ਮੇਰੇ ਬੇਟੇ, ਮੇਰੀ ਬੇਟੀ, ਇਹਨਾਂ ਬੰਧਨਾਂ ਨੂੰ ਜਿਹੜੇ ਤੂੰ ਆਪਣੇ ਜੀਵਨ ਦੇ ਵਿੱਚ ਲਗਾਏ ਹੋਏ ਨੇ, ਇਹਨਾਂ ਤੋਂ ਮੁਕਤ ਹੋ ਜਾ, ਇਹਨਾਂ ਤੋਂ ਆਜ਼ਾਦ ਹੋ ਜਾ, ਇਹਨਾਂ ਬੰਧਨਾਂ ਤੋਂ ਬਾਹਰ ਨਿਕਲਿਆ, ਆਪਣੇ ਮੂੰਹ ਨੂੰ ਖੋਲ ਦੇ ਮੇਰੀ ਮਹਿਮਾ ਦੇ ਵਾਸਤੇ। ਆਮੀਨ, ਆਮੀਨ। ਆਪਣੀ ਜ਼ਿੰਦਗੀ ਮੈਨੂੰ ਸਮਰਪਣ ਕਰ ਦੇ, और मैं इसको पवित्र आत्मा के नाल ब्लेस करके नवी सृष्टि बना देवांगा। आमीन। मैं पवित्र आत्मा के वरदानां नाल तेनू कर दवांगा। आमीन। और तू सारे संसार विच मेरी गवाही देण दे जोग बन जाए। आमीन। सारी संसार विच, सारे जगत विच, सब कौमां, सब जातियां दे विच तुसी मेरे गवाह बन के मेरी महिमा करन दे लई तैयार हो जाओ। आमीन। हालेलुया, हालेलुया। सिर्फ बरकतां लेके बैठ जाना घर दे विच, सिर्फ चंगाई लेके बैठ जाना अपने परिवार दे विच, सिर्फ परमेश्वर दे कोलों बरकत लेके, दुनियावी बरकतां लेके, छुटकारा लेके, मुक्ति लेके अपने घर विच बैठ जाना मसीह जिंदगी नहीं है, बल्कि बंधना तो आजाद होके परमेश्वर दी महिमा करना ये मसीह जिंदगी है। आमीन। बेशक ओदे लई सानू अपना जीवन भी दे देना पए, सानू मर जाना पए, कुर्बान हो जाना पए यीशु मसीह दे तो, फिर भी जुबान तो ओदा इनकार नहीं करना, जुबान तो उन स्वीकार करना है और ओदे नाम दी महिमा करनी है। आमीन। हालेलुया, हालेलुया। लाजर का जीवन साडे ਲਈ ਇੱਕ ਨਮੂਨਾ ਹੈ, ਇੱਕ ਗਵਾਹੀ ਹੈ। ਜਦੋਂ ਪ੍ਰਭੂ ਯਿਸੂ ਮਸੀਹ ਨੇ ਉਹਨੂੰ ਕਬਰ ਚੋਂ ਬਾਹਰ ਕੱਢਿਆ ਸੀ, ਉਹ ਕਫਨ ਸਮੇਤ ਬਾਹਰ ਆਇਆ ਸੀ ਔਰ ਉਹਨੂੰ
ਜਦੋਂ ਕਿਹਾ ਪ੍ਰਭੂ ਨੇ ਇਹਨੂੰ ਆਜ਼ਾਦ ਕਰ ਦਿਓ, ਉਹਦੇ ਕਫਨ ਖੋਲ ਦਿੱਤੇ ਗਏ, ਉਹਦੀਆਂ ਕਣੀਆਂ ਖੋਲ ਦਿੱਤੀਆਂ ਗਈਆਂ। ਔਰ ਜਿਸ ਦਿਨ ਰੂਹ ਪਾਕ ਰਸੂਲਾਂ ਦੇ ਉੱਤੇ ਪੈਂਤੇਕੋਸਤ ਦੇ ਦਿਨ ਉਤਰਿਆ, 120 ਲੋਕਾਂ ਦੀ ਜਮਾਤ ਵਿੱਚ ਲਾਜ਼ਰ ਵੀ ਉਸ ਜਗ੍ਹਾ ਦੇ ਉੱਤੇ ਪਵਿੱਤਰ ਆਤਮਾ ਦੇ ਨਾਲ ਭਰ ਗਿਆ। ਆਮੀਨ 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 ਹਾਲੇਲੂਇਆ ਹਾਲੇਲੂਇਆ। ਔਰ ਪਵਿੱਤਰ ਆਤਮਾ ਦੇ ਨਾਲ ਭਰ ਕੇ ਸਾਰੇ ਚੇਲੇ ਜਦੋਂ ਅਲੱਗ-ਅਲੱਗ ਸ਼ਹਿਰਾਂ ਵਿੱਚ, ਦਿਸ਼ਾਵਾਂ ਵਿੱਚ, ਦੇਸ਼ਾਂ ਵਿੱਚ ਚਲੇ ਗਏ, ਤਾਂ ਲਾਜ਼ਰ ਪਵਿੱਤਰ ਆਤਮਾ ਦੀ ਗਵਾਹੀ ਪਾ ਕੇ ਸਾਈਪ੍ਰਸ ਦੇਸ਼ ਵਿੱਚ ਚਲਾ ਗਿਆ और ਉੱਥੇ ਜਾ ਕੇ ਉਸਨੇ ਪ੍ਰਭੂ ਯਿਸੂ ਮਸੀਹ ਦੇ ਨਾਮ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ। ਆਮੀਨ। 38 ਸਾਲ ਉਹਨੇ ਪ੍ਰਭੂ ਦੀ ਮਹਿਮਾ ਕੀਤੀ ਉਸ ਜਗ੍ਹਾ ਦੇ ਉੱਤੇ। 38 ਸਾਲ ਉਹਨੇ ਪ੍ਰਚਾਰ ਕੀਤਾ, ਬਹੁਤ ਚਿੰਨ ਔਰ ਚਮਤਕਾਰ ਦੇ ਦੁਆਰਾ ਪਰਮੇਸ਼ਰ ਨੇ ਕੀਤੇ। ਆਮੀਨ ਆਮੀਨ। ਔਰ ਉਹਨੇ ਲੋਕਾਂ ਨੂੰ ਗਵਾਹੀ ਦਿੱਤੀ ਕਿ ਮੈਂ ਮਰ ਗਿਆ ਸਾਂ, ਮੈਂ ਕਫਨ ਦੇ ਵਿੱਚ ਬੰਦਾ ਹੋਇਆ ਸਾਂ, ਮੈਂ 4 ਦਿਨ ਕਬਰ ਦੇ ਵਿੱਚ ਗੁਜ਼ਾਰੇ ਨੇ, ਪਰ ਮੇਰੇ ਪ੍ਰਭੂ ਨੇ ਫਿਰ ਮੈਨੂੰ ਜ਼ਿੰਦਾ ਕਰਕੇ ਤੁਹਾਡੇ ਵਿੱਚ ਭੇਜਿਆ। ਆਮੀਨ। ਉਹਦੇ ਦੁਆਰਾ ਸਾਈਪ੍ਰਸ ਦੇਸ਼ ਵਿੱਚ ਵੀ ਪ੍ਰਭੂ ਯਿਸੂ ਨੇ ਮੁਰਦਿਆਂ ਨੂੰ ਜ਼ਿੰਦਾ ਕੀਤਾ, ਲੰਗੜਿਆਂ ਨੂੰ ਚੱਲਣ ਦੀ ਸ਼ਕਤੀ ਦਿੱਤੀ, ਅੰਨ੍ਹਿਆਂ ਦੀਆਂ ਅੱਖਾਂ ਖੋਲੀਆਂ, ਔਰ ਬਹੁਤ ਸਾਰੇ ਲੋਕ ਜਿਹੜੇ ਬੰਧਨਾਂ ਵਿੱਚ ਬੱਝੇ ਹੋਏ ਸੀ ਉਹਨਾਂ ਨੂੰ ਆਜ਼ਾਦ ਕਰ ਦਿੱਤਾ ਯਿਸੂ ਮਸੀਹ ਦੇ ਨਾਮ। ਆਮੀਨ। 38 ਸਾਲ ਦੀ ਸੇਵਕਾਈ ਤੋਂ ਬਾਅਦ ਉਹਨੂੰ ਉੱਥੇ ਸ਼ਹੀਦ ਕਰ ਦਿੱਤਾ ਗਿਆ, ਔਰ ਪ੍ਰਭੂ ਯਿਸੂ ਮਸੀਹ ਦੇ ਨਾਮ ਤੇ ਉਹਨੂੰ ਕੁਰਬਾਨ ਹੋਣ ਦਾ ਮੌਕਾ ਮਿਲਿਆ। ਔਰ ਪ੍ਰਭੂ ਯਿਸੂ ਮਸੀਹ ਦੀ ਦਇਆ ਔਰ ਕਿਰਪਾ ਦੇ ਨਾਲ ਅੱਜ ਪੂਰਾ ਸਾਈਪ੍ਰਸ ਦੇਸ਼ ਜਿਹੜਾ ਹੈ ਉਹ ਯਿਸੂ ਮਸੀਹ ਨੂੰ ਮੰਨਣ ਵਾਲਾ। ਆਮੀਨ। ਉਹਦਾ ਕਾਰਨ ਇਹ ਸੀ ਕਿ ਲਾਜ਼ਰ ਨੇ ਜੋ ਆਪਣੇ ਜੀਵਨ ਦੇ ਵਿੱਚ ਪ੍ਰਭੂ ਦੀ ਆਜ਼ਾਦੀ ਨੂੰ ਪਾਇਆ ਸੀ, ਜੋ ਉਹਦੇ ਜੀਵਨ ਚੋਂ ਡਰ ਜਾ ਚੁੱਕਿਆ ਸੀ, ਖਤਮ ਹੋ ਚੁੱਕਿਆ ਸੀ, ਉਹ ਨਿਡਰ ਹੋ ਕੇ ਦਲੇਰੀ ਦਾ ਆਤਮਾ ਲੈ ਕੇ ਪਰਮੇਸ਼ਰ ਦੀ ਆਤਮਾ ਦੀ ਸ਼ਕਤੀ ਨਾਲ ਭਰ ਕੇ ਉਹ ਸਾਈਪ੍ਰਸ ਦੇਸ਼ ਵਿੱਚ ਜਾ ਕੇ ਉਸਨੇ ਪਰਮੇਸ਼ਰ ਦੀ ਮਹਿਮਾ ਕੀਤੀ। ਆਮੀਨ। ਤੁਸੀਂ ਪ੍ਰਭੂ ਦੇ ਚੁਣੇ ਹੋਏ ਲੋਕ ਹੋ ਮੇਰੇ ਭੈਣ ਭਾਈਓ, ਪ੍ਰਭੂ ਨੇ ਤੁਹਾਨੂੰ ਆਜ਼ਾਦ ਕੀਤਾ ਹੋਇਆ ਹੈ, ਤੁਸੀਂ ਪ੍ਰਭੂ ਦੀ ਮਹਿਮਾ ਕਰਦੇ ਹੋ, ਪ੍ਰਭੂ ਦੀ ਵਡਿਆਈ, ਪ੍ਰਭੂ ਦੀ ਆਰਾਧਨਾ ਕਰਦੇ ਹੋ, ਤਾਂ ਪ੍ਰਭੂ ਚਾਹੁੰਦਾ ਹੈ ਕਿ ਅੱਜ ਤੁਸੀਂ ਆਪਣੇ ਜੀਵਨ ਚੋਂ ਬੰਧਨਾਂ ਨੂੰ ਤੋੜ ਦਿਓ। ਆਮੀਨ। ਜੋ ਵੀ ਤੁਹਾਡੇ ਉੱਤੇ ਤੁਹਾਡੀ ਜਾਤੀ ਦਾ, ਤੁਹਾਡੇ ਧਰਮ ਦਾ, ਤੁਹਾਡੀ ਕੌਮ, ਤੁਹਾਡੇ ਮਜ਼ਹਬ ਦਾ ਬੰਧਨ ਹੈ, ਇਸ ਨੂੰ ਤੋੜਨਾ ਹੈ ਆਪਣੇ ਜੀਵਨ ਚੋਂ ਔਰ ਕਫਨ ਦੇ ਵਿੱਚੋਂ ਬਾਹਰ ਨਿਕਲਣਾ। ਆਮੀਨ। ਡਰ ਨੂੰ ਖਤਮ ਕਰ ਦਿਓ ਆਪਣੇ ਜੀਵਨ ਦੇ ਅੰਦਰੋਂ, ਪੂਰਨਤਾਈ ਦੇ ਨਾਲ ਪਰਮੇਸ਼ਰ ਦੇ ਪਿੱਛੇ ਚੱਲਣਾ ਸ਼ੁਰੂ ਕਰ ਦਿਓ। ਪ੍ਰਭੂ ਯਿਸੂ ਮਸੀਹ ਨੂੰ ਅਗਰ ਤੁਸੀਂ ਆਪਣਾ ਜੀਵਨ ਦੇ ਦਿੱਤਾ ਹੈ, ਬਪਤਿਸਮਾ ਪਾ ਲਿਆ ਹੈ ਔਰ ਤੁਸੀਂ ਪ੍ਰਭੂ ਯਿਸੂ ਦੇ ਗਵਾਹ ਬਣ ਚੁੱਕੇ ਹੋ, ਤਾਂ ਫਿਰ ਸੰਸਾਰਕ ਡਰ ਨੂੰ ਆਪਣੇ ਜੀਵਨ ਦੇ ਵਿੱਚੋਂ ਬਾਹਰ ਕੱਢੋ। ਆਮੀਨ। ਹਾਲੇਲੂਇਆ ਹਾਲੇਲੂਇਆ। ਅਗਰ ਤੁਸੀਂ ਅਜੇ ਵੀ ਸੰਸਾਰ ਵਿੱਚ ਜੀਵਨ ਜੀ ਰਹੇ ਹੋ ਤਾਂ ਇਹਦਾ ਮਤਲਬ ਤੁਸੀਂ ਅਜੇ ਵੀ ਸੰਸਾਰ ਰੂਪੀ ਗੁਫਾ ਦੇ ਅੰਦਰ ਬੰਦ ਹੋ। ਅਜੇ ਵੀ ਤੁਹਾਡੇ ਅੱਗੇ ਬਹੁਤ ਵੱਡਾ ਪੱਥਰ ਲੱਗਾ ਹੋਇਆ ਹੈ ਔਰ ਤੁਸੀਂ ਉਹਦੇ ਵਿੱਚੋਂ ਬਾਹਰ ਆ ਕੇ ਪਰਮੇਸ਼ਰ ਦੀ ਮਹਿਮਾ ਨਹੀਂ ਕਰ ਪਾ ਰਹੇ। ਆਮੀਨ ਆਮੀਨ। ਤੁਹਾਡੇ ਪਰਿਵਾਰਾਂ 'ਚ, ਤੁਹਾਡੀਆਂ ਜ਼ਿੰਦਗੀਆਂ 'ਚ, ਤੁਹਾਡੇ ਜੀਵਨਾਂ 'ਚ, ਤੁਹਾਡੇ ਮੁਹੱਲੇ 'ਚ ਕੋਈ ਵੀ ਤੁਸੀਂ ਘਰ ਦੇ ਵਿੱਚ ਕੋਈ ਫੰਕਸ਼ਨ ਆਉਂਦਾ ਹੈ, ਕੋਈ ਵੀ ਕੰਮ ਆਉਂਦਾ ਹੈ, ਤੇ ਪ੍ਰਭੂ ਦੀ ਹਜ਼ੂਰੀ ਨੂੰ ਮਹਿਸੂਸ ਕਰਦੇ ਹੋਏ ਉਸ ਨੂੰ ਕਰਨਾ ਹੈ, ਨਾ ਕਿ ਸੰਸਾਰਿਕ ਲੋਕਾਂ ਦੇ ਦਬਾਅ ਦੇ ਵਿੱਚ ਆ ਕੇ, ਡਰ ਦੇ ਵਿੱਚ ਆ ਕੇ ਤੁਸੀਂ ਉਸ ਜਗ੍ਹਾ ਦੇ ਉੱਤੇ ਸਕਿਪ ਹੋ ਜਾਣਾ ਔਰ ਤੁਸੀਂ ਥੋੜੇ ਸਮੇਂ ਦੇ ਲਈ ਪ੍ਰਭੂ ਯਿਸੂ ਮਸੀਹ ਨੂੰ ਛੱਡ ਦਿੰਦੇ ਹੋ, ਸੰਸਾਰਿਕ ਰੀਤੀ ਰਿਵਾਜਾਂ ਨੂੰ ਅੱਗੇ ਲੈ ਆਉਂਦੇ ਹੋ, ਮੂਹਰੇ ਲੈ ਆਉਂਦੇ ਹੋ, ਔਰ ਇਹ ਗੱਲ ਦਾ ਪ੍ਰਮਾਣ ਤੁਸੀਂ ਦੇ ਦਿੰਦੇ ਹੋ